प्यारे विद्यार्थियों, ਅੱਜ ਅਸੀਂ ਕਰਨ ਜਾ ਰਹੇ ਹਾਂ ਨਿੱਕੀ ਕਹਾਣੀ 12ਵੀਂ ਸ਼੍ਰੇਣੀ ਦੀ ਪੁਸਤਕ ਦੇ ਵਿੱਚੋਂ 94ਵੀਂ ਪੰਜਾਬੀ ਨਿੱਕੀ ਕਹਾਣੀ। ਆਧੁਨਿਕ ਸਾਹਿਤ ਦੇ ਵਿੱਚ ਨਿੱਕੀ ਕਹਾਣੀ ਇੱਕ ਪ੍ਰਮੁੱਖ ਰੂਪ ਹੈ, ਅਜਿਹਾ ਰੂਪ ਜੋ ਨਵੀਨ ਹੈ ਅਤੇ ਪੁਰਾਣਾ ਵੀ ਹੈ। ਨਵੀਨ ਮਤਲਬ ਨਵਾਂ। ਇਕਾਂਗੀ ਤੇ ਨਾਟਕ ਵਾਂਗ ਨਿੱਕੀ ਕਹਾਣੀ ਜੀਵਨ ਦੇ ਪਸਾਰੇ ਵਿੱਚੋਂ ਸਿਰਫ ਇੱਕ ਪੱਖ ਦਾ ਹੀ ਵਰਣਨ ਕਰਦੀ ਹੈ। ਨਿੱਕੀ ਕਹਾਣੀ ਦਾ ਧੁਰ ਮੁੱਢ ਤੋਂ ਆਪਣੇ ਨਾਟਕੀ ਗੁਣਾਂ ਕਰਕੇ ਪਾਠਕ ਨੂੰ ਕੀਲ ਕੇ ਬੰਨ੍ਹ ਲੈਂਦੀ ਹੈ ਅਤੇ ਪਾਠਕ ਅੱਗੇ ਕੀ ਹੈ, ਹੋਰ ਅੱਗੇ ਕੀ ਹੈ, ਇਸ ਨੂੰ ਜਾਣਨ ਲਈ ਅੰਤ ਤੱਕ ਉਤਾਵਲਾ ਰਹਿੰਦਾ ਹੈ। ਨਿੱਕੀ ਕਹਾਣੀ ਦਾ ਆਰੰਭ ਚਟਪਟਾ, ਤਿੱਖਾ ਤੇ ਅਸਚਰਜ ਭਰਿਆ ਹੁੰਦਾ ਹੈ। ਇਹੋ ਤਿੱਖਰਾਪਨ ਕਹਾਣੀ ਦੇ ਸਾਰੇ ਪਿੰਡੇ ਵਿੱਚ ਪਸਰਿਆ ਹੁੰਦਾ ਹੈ। ਕਹਾਣੀ ਨਿੱਕੀ ਤੋਂ ਹੀ ਤੁਸੀਂ ਭਾਵ ਲਗਾ ਸਕਦੇ ਹੋ ਕਿ ਛੋਟੇ ਜਿਹੇ ਕਿਸੇ ਇੱਕ ਪੱਖ ਨੂੰ ਕਹਾਣੀ ਦੇ ਵਿੱਚ ਪੇਸ਼ ਕਰਨਾ। ਨਿੱਕੀ ਕਹਾਣੀ ਵਿੱਚ ਜੀਵਨ ਦੇ ਕਿਸੇ ਇੱਕ ਪੱਖ ਨੂੰ ਪੇਸ਼ ਕਰਨਾ ਤੇ ਨਿੱਕੀ ਕਹਾਣੀ ਦਾ ਜੋ ਆਰੰਭ ਹੁੰਦਾ ਹੈ ਉਹ ਚਟਪਟਾ, ਤਿੱਖਾ ਤੇ ਅਸਚਰਜ ਭਰਿਆ ਹੋਣਾ ਚਾਹੀਦਾ ਹੈ, ਕਿਉਂਕਿ ਸਾਡੇ ਕੋਲ ਕਹਾਣੀ ਜਿਹੜੀ ਹੈ ਬਹੁਤ ਛੋਟੀ ਹੈ, ਨਿੱਕੀ ਹੈ, ਸਮਾਂ ਵੀ ਸਾਡੇ ਕੋਲ ਥੋੜ੍ਹਾ ਹੈ, ਇਸ ਕਰਕੇ ਇਹਦਾ ਜਿਹੜਾ ਆਰੰਭ ਜਿਹੜਾ ਆ ਉਹ ਤਿੱਖਰੇਪਨ ਦੇ ਨਾਲ ਹੋਣਾ ਜ਼ਰੂਰੀ ਹੈ। ਨਿੱਕੀ ਕਹਾਣੀ ਨੂੰ ਦੱਸ ਕੇ ਅੱਗੇ ਹੈ ਪਰਿਭਾਸ਼ਾ। ਐਲਨ ਲਿਖਦਾ ਹੈ ਕਿ ਕਹਾਣੀ ਇੱਕ ਅਜਿਹੀ ਨਿੱਕੀ ਰਚਨਾ ਹੈ ਜਿਸ ਨੂੰ ਇੱਕੋ ਬੈਠਕ ਵਿੱਚ ਪੜ੍ਹਿਆ ਜਾ ਸਕੇ। ਇੱਕੋ ਬੈਠਕ ਮਤਲਬ ਕਿ ਇੱਕੋ ਸਮੇਂ ਜੇਕਰ ਤੁਸੀਂ ਪੜ੍ਹਨ ਬੈਠੇ ਹੋ ਤਾਂ ਇੱਕੋ ਵਾਰ ਹੀ ਜਿਹੜਾ ਆ ਪੜ੍ਹਿਆ ਜਾ ਸਕੇ ਅਤੇ ਪਾਠਕ ਦੇ ਉੱਤੇ ਆਪਣਾ ਤਿੱਖਾ ਪ੍ਰਭਾਵ ਪਾ ਸਕੇ। ਨਿੱਕੀ ਕਹਾਣੀ ਹੈ, ਇੱਕੋ ਸਮੇਂ ਵਿੱਚ ਪੜ੍ਹਿਆ ਜਾ ਸਕੇ ਅਤੇ ਪਾਠਕ ਦੇ ਉੱਤੇ ਉਸ ਸਮੇਂ ਵਿੱਚ ਹੀ ਪ੍ਰਭਾਵ ਪੈ ਸਕੇ। ਡਾਕਟਰ ਸਤਵਿੰਦਰ ਸਿੰਘ ਉੱਪਲ ਕਲਾਤਮਿਕ ਨਿੱਕੀ ਕਹਾਣੀ ਗਲਪ ਦਾ ਉਹ ਨਵੀਨ ਰੂਪ ਹੈ ਜੋ ਇੱਕ ਮੁਖੀ ਪਾਤਰ ਦਾ ਨਾਟਕੀ ਬਿਆਨ ਸੰਜਮਤਾ ਦੇ ਨਾਲ ਇਸ ਤਰ੍ਹਾਂ ਕਰਦੀ ਹੈ ਕਿ ਉਸ ਦਾ ਪ੍ਰਭਾਵ ਸੰਪੂਰਨ ਅਤੇ ਇਕਹਿਰਾ ਹੋ ਨਿਬੜਦਾ ਹੈ। ਨਿੱਕੀ ਕਹਾਣੀ ਦੇ ਦੱਸਣ ਤੋਂ ਬਾਅਦ ਉਸ ਤੋਂ ਬਾਅਦ ਉਹਦੀ ਪਰਿਭਾਸ਼ਾ ਲਿਖ ਕੇ ਹੁਣ ਅੱਗੇ ਆ ਰਿਹਾ ਨਿੱਕੀ ਕਹਾਣੀ ਦੇ ਤੱਤ। ਤੁਸੀਂ ਇੱਦਾਂ ਦਾ ਇੱਕ ਡਾਇਗ੍ਰਾਮ ਜਿਹੜਾ ਆ ਉਹ ਜਦੋਂ ਤੁਸੀਂ ਪੇਪਰ ਦੇ ਵਿੱਚ ਇਮਤਿਹਾਨਾਂ ਵਿੱਚ ਕਰਦੇ ਹੋ ਤਾਂ ਡਾਇਗ੍ਰਾਮ ਜਿਹੜਾ ਇੱਕ ਇੱਦਾਂ ਬਣਾ ਸਕਦੇ ਹੋ। ਪਹਿਲਾ ਹੈ ਨਿੱਕਾ ਆਕਾਰ। ਨਿੱਕਾ ਆਕਾਰ ਤੋਂ ਹੀ ਪਤਾ ਚੱਲ ਰਿਹਾ ਹੈ ਕਿ ਕਹਾਣੀ ਦੇ ਵਿੱਚ ਪਹਿਲੀ ਵਿਸ਼ੇਸ਼ਤਾ ਇਹੀ ਹੈ ਕਿ ਇਹਦਾ ਆਕਾਰ ਜਿਹੜਾ ਉਹ ਨਿੱਕਾ ਹੋਣਾ ਚਾਹੀਦਾ ਹੈ ਅਤੇ ਇਹਦੇ ਵਿੱਚ ਜ਼ਿੰਦਗੀ ਦੀ ਸਮੁੱਚਤਾ ਪੇਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮਤਲਬ ਕਿ ਪੂਰਾ ਜੀਵਨ ਨਹੀਂ ਲਿਖਣਾ, ਸਗੋਂ ਜੀਵਨ ਦੇ ਕਿਸੇ ਵਿਸ਼ੇਸ਼ ਅਨੁਭਵ ਦਾ ਹੀ ਬਹੁ ਪੱਖੀ ਪ੍ਰਗਟਾ ਹੋਣਾ ਜ਼ਰੂਰੀ ਹੈ। ਠੀਕ ਹੈ ਕਿ ਜੀਵਨ ਦਾ ਕੋਈ ਇੱਕ ਜਿਹੜਾ ਅਨੁਭਵ ਜਿਹੜਾ ਉਹੀ ਅਸੀਂ ਨਿੱਕੀ ਕਹਾਣੀ ਵਿੱਚ ਨਿੱਕੇ ਆਕਾਰ ਦੀ ਵਜੋਂ ਲੈ ਸਕਦੇ ਹਾਂ। ਅੱਗੇ ਹੈ ਪ੍ਰਭਾਵ ਦੀ ਇਕਾਗਰਤਾ। ਕਹਾਣੀ ਦਾ ਪ੍ਰਭਾਵਸ਼ੀਲ ਹੋਣਾ ਬਹੁਤ ਜ਼ਰੂਰੀ ਹੈ। ਲੇਖਕ ਨੂੰ ਜ਼ਿੰਦਗੀ ਦੇ ਅਜਿਹੇ ਪਲ ਦਾ ਬਿਆਨ ਕਰਨਾ ਚਾਹੀਦਾ ਆ ਜਿਹੜੇ ਸਾਡੇ ਮਨ ਦੇ ਉੱਪਰ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦੇ ਹੋਣ। ਠੀਕ ਹੈ ਕਿ ਕੁਛ ਉਹੀ ਪਲ, ਕੁਛ ਉਹੀ ਚੀਜ਼ਾਂ, ਕੁਛ ਉਹੀ ਗੱਲਾਂ ਜਾਂ ਕੁਝ ਉਹੀ ਜਿਹੜੀਆਂ ਘਟਨਾ ਵਾਪਰੀ ਹੋਈ ਹੈ ਉਸ ਕਹਾਣੀ ਨੂੰ ਹੀ ਪੇਸ਼ ਕਰਨਾ ਨਿੱਕੀ ਕਹਾਣੀ ਦੇ ਵਿੱਚ, ਅਤੇ ਜਿਹਦਾ ਪ੍ਰਭਾਵ ਜਿਹੜਾ ਆ ਉਹ ਲੋਕਾਂ ਦੇ ਮਨਾਂ ਦੇ ਵਿੱਚ, ਲੋਕਾਂ ਦੇ ਦਿਲਾਂ ਦੇ ਵਿੱਚ ਪਵੇ। ਅਗਲਾ ਪੁਆਇੰਟ ਹੈ ਕਲਾਤਮਿਕਤਾ। ਠੀਕ ਹੈ, ਕਲਾਤਮਿਕਤਾ ਦਾ ਮਤਲਬ ਕਿ ਕਹਾਣੀ ਨੂੰ ਹਮੇਸ਼ਾ ਕਹਾਣੀ ਦੇ ਰੂਪ ਦੀਆਂ ਸੀਮਾਵਾਂ ਅੰਦਰ ਹੀ ਰਹਿਣਾ ਚਾਹੀਦਾ ਹੈ। ਠੀਕ ਹੈ, ਕਹਾਣੀ ਜਿਹੜੀ ਉਹ ਇੱਕ ਲਿਮਟ ਦੇ ਵਿੱਚ ਜਿਹੜੀਆਂ ਕਹਾਣੀਆਂ ਦੇ ਉਹਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਜੇਕਰ ਕਹਾਣੀ ਵਿੱਚ ਸਿੱਧੀ ਬਿਆਨਬਾਜ਼ੀ ਹੋਵੇਗੀ ਤਾਂ ਉਹ ਸਿਰਫ ਦਸਤਾਵੇਜ਼ ਬਣ ਜਾਵੇਗੀ ਅਤੇ ਪ੍ਰਚਾਰ ਦਾ ਸਾਧਨ ਬਣ ਜਾਵੇਗੀ। ਭਾਵ ਕਿ ਕਹਾਣੀ ਦੇ ਵਿੱਚ ਕੁਛ ਕਲਾਤਮਿਕਤਾ ਜਿਹੜੀ ਹੈ ਉਹਦਾ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ। ਅਗਲਾ ਪੁਆਇੰਟ ਹੈ ਰੋਚਕਤਾ। ਕਹਾਣੀ ਵਿੱਚ ਰੋਚਕਤਾ ਦਾ ਹੋਣਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਹ ਸਿਰਫ ਜ਼ਿੰਦਗੀ ਦੇ ਕੁਝ ਭਾਗ ਨੂੰ ਹੀ ਫੜਨ ਦਾ ਯਤਨ ਕਰਦੀ ਹੈ। ਠੀਕ ਹੈ ਕਿ ਅਸੀਂ ਜ਼ਿੰਦਗੀ ਦਾ ਕੁਝ ਛੋਟਾ ਜਿਹਾ ਭਾਗ ਜਿਹੜਾ ਆ ਉਹ ਅਸੀਂ ਲੈਂਦੇ ਹਾਂ। ਠੀਕ ਹੈ, ਅਤੇ ਉਸ ਤੋਂ ਬਾਅਦ ਹੈ ਕਿ ਅਜਿਹੀ ਕਿਰਿਆ ਸਮੇਂ ਲੇਖਕ ਕੋਲ ਚੋਣ ਹੁੰਦੀ ਹੈ ਕਿ ਉਹ ਜ਼ਿੰਦਗੀ ਦੇ ਵੱਧ ਰੋਚਕ
ਪਲਾਂ ਨੂੰ ਪਕੜ ਸਕਦਾ ਹੈ। ਠੀਕ ਹੈ, ਕਿ ਨਿੱਕੀ ਕਹਾਣੀ ਲੈ ਰਹੇ ਹਾਂ, ਲਿਖਣ ਜਾ ਰਹੇ ਹਾਂ, ਅਤੇ ਉਹਦੇ ਵਿੱਚ ਰੌਚਕਤਾ ਜਿਹੜੀ ਹੈ, ਇੰਟਰਸਟਿੰਗ ਜਿਹੜੀ ਕੋਈ ਚੀਜ਼ ਜਿਹੜੀ ਹੈ, ਜ਼ਿੰਦਗੀ ਦਾ ਕੋਈ ਪਲ ਜਿਹੜਾ ਆ ਹੋਣਾ ਜ਼ਰੂਰੀ ਹੈ। ਅਗਲਾ ਪੁਆਇੰਟ ਹੈ ਗਤੀਸ਼ੀਲਤਾ। ਗਤੀਸ਼ੀਲਤਾ ਕਿ ਉਸ ਕਹਾਣੀ ਦੇ ਵਿੱਚ ਜੇਕਰ ਕਹਾਣੀ ਦਾ ਪ੍ਰਮੁੱਖ ਲੱਛਣ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਸਾਡੀ ਨਜ਼ਰ ਜਿਹੜੀ ਹੈ ਗਤੀਸ਼ੀਲਤਾ 'ਤੇ ਹੀ ਜਾਂਦੀ ਹੈ। ਕਹਾਣੀ ਦੀ ਚਾਲ, ਗਤੀਸ਼ੀਲਤਾ ਮਤਲਬ ਕਹਾਣੀ ਦੀ ਚਾਲ ਕਿਹੋ ਜਿਹੀ ਹੋਣੀ ਚਾਹੀਦੀ ਹੈ। ਕਹਾਣੀ ਦੀ ਚਾਲ ਨਾਵਲ ਵਾਂਗ ਸੁਸਤ ਨਹੀਂ ਹੋਣੀ ਚਾਹੀਦੀ, ਸਗੋਂ ਤੇਜ਼ ਹੋਣੀ ਚਾਹੀਦੀ ਹੈ। ਕਹਾਣੀ ਦੇ ਵਿੱਚ ਇੱਕ ਘਟਨਾ ਨੂੰ ਜ਼ਿਆਦਾ ਲੰਮੇ ਕਰਕੇ ਪੇਸ਼ ਕਰਨਾ ਨਾਲ ਬਿਰਤਾਂਤ ਦੇ ਵਿੱਚ ਬੋਝਲਤਾ ਆਉਂਦੀ ਹੈ। ਠੀਕ ਹੈ, ਕਿ ਨਿੱਕੀ ਕਹਾਣੀ ਜਦ ਹੈ ਹੀ ਅਸੀਂ ਨਿੱਕੀ ਕਹਾਣੀ ਹੈ ਤਾਂ ਉਸਨੂੰ ਲੰਬੀ ਨਹੀਂ ਖਿੱਚੀ ਜਾਣਾ। ਠੀਕ ਹੈ, ਉਹਦੇ ਵਿੱਚ ਤਿੱਖਾਪਨ ਹੋਣਾ ਚਾਹੀਦਾ ਹੈ, ਤੇਜ਼ ਪ੍ਰਭਾਵ ਹੋਣਾ ਚਾਹੀਦਾ, ਅਤੇ ਗਤੀਸ਼ੀਲਤਾ ਜਿਹੜੀ ਹੈ ਉਹ ਉਹਦੀ ਲੰਮੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਕਰਕੇ ਜਿਹੜਾ ਆ ਇੱਕ ਨਿੱਕੀ ਕਹਾਣੀ ਦੇ ਗੁਣ ਜਿਹੜੇ ਉਹ ਦੱਸੇ ਹੋਏ ਨੇ ਕਿ ਨਿੱਕੀ ਕਹਾਣੀ ਦੇ ਗੁਣ ਕਿਹੜੇ ਨੇ, ਔਰ ਇਹਨਾਂ ਗੁਣਾਂ ਨੂੰ ਹੀ ਅਸੀਂ ਆਪਣੇ ਧਿਆਨ ਦੇ ਵਿੱਚ ਰੱਖ ਕੇ ਜੇਕਰ ਨਿੱਕੀ ਕਹਾਣੀ ਲਿਖਣ ਜਾ ਰਹੇ ਹਾਂ ਤਾਂ ਇਹ ਸਾਰੇ ਪ੍ਰਭਾਵ, ਇਹ ਸਾਰੇ ਗੁਣ ਜਿਹੜੇ ਨੇ ਉਹ ਸਾਨੂੰ ਆਪਣੇ ਦਿਮਾਗ ਦੇ ਵਿੱਚ ਰੱਖਣੇ ਹੋਣਗੇ, ਅਤੇ ਇਹਨਾਂ ਦੇ ਅਨੁਸਾਰ ਹੀ ਜਿਹੜਾ ਆ ਅਸੀਂ ਆਪਣੀ ਨਿੱਕੀ ਕਹਾਣੀ ਜਿਹੜੀ ਉਹ ਲਿਖ ਸਕਾਂਗੇ। ਹੁਣ ਅੱਗੇ ਹੈ ਕਹਾਣੀ ਦੇ ਤੱਤ। ਪਹਿਲਾ ਹੈ ਕਥਾ ਵਸਤੂ। ਕਥਾ ਵਸਤੂ ਨਿੱਕੀ ਕਹਾਣੀ ਦੀ ਜਿਹੜੀ ਸ਼ੁਰੂਆਤ ਹੀ ਇੱਥੋਂ ਹੀ ਹੁੰਦੀ ਹੈ ਕਿ ਕਹਾਣੀ ਦੇ ਵਿੱਚ ਜੀਵਨ ਦੇ, ਕਹਾਣੀ ਲਿਖਣ ਜਾ ਰਹੇ ਹਾਂ ਤਾਂ ਉਹਦੇ ਵਿੱਚ ਅਰਥਹੀਣ ਜਾਂ ਅਰੋਚਕ ਪਲ ਨਹੀਂ ਹੋਣੇ ਚਾਹੀਦੇ, ਸਗੋਂ ਕਿ ਉਹਦੇ ਵਿੱਚ ਰੌਚਕ ਅਤੇ ਅਰਥ ਵਾਲੇ ਜਿਹੜੇ ਨੇ, ਜਿਹੜੀ ਪ੍ਰਭਾਵਸ਼ੀਲਤਾ ਬਣਾ ਸਕਣ ਨਿੱਕੀ ਕਹਾਣੀ ਦੀ, ਉਹੀ ਜਿਹੜਾ ਕਥਾ ਵਸਤੂ ਵਿੱਚ ਹੋਣਾ ਚਾਹੀਦਾ ਹੈ। ਅਤੇ ਉਦਾਹਰਨ ਵਜੋਂ ਸੁਜਾਨ ਸਿੰਘ ਦੀ ਤੁਸੀਂ ਕਹਾਣੀ ਪੜ੍ਹੀ ਹੋਵੇਗੀ ਕੁਲਫੀ, ਅਤੇ ਜਿਹਦੇ ਵਿੱਚ ਬੱਚੇ ਦੀ ਕੁਲਫੀ ਪ੍ਰਾਪਤ ਕਰਨ ਦੀ ਕਿਰਿਆ ਨੂੰ ਬੜੇ ਹੀ ਪ੍ਰਭਾਵਸ਼ਾਲੀ ਪ੍ਰਸੰਗ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਹੈ, ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਮਾਜਿਕ ਲੁੱਟ ਦਾ ਜਿਹੜਾ ਅਸੀਂ ਹੱਲ ਜਿਹੜਾ ਉਹ ਕਿਵੇਂ ਕਰ ਸਕਦੇ ਹਾਂ। ਇਸ ਕਰਕੇ ਤੁਸੀਂ ਜਿਹੜਾ ਆ ਇਹਦੇ ਅਨੁਸਾਰ ਹੀ ਜਿਹੜੀ ਨਿੱਕੀ ਕਹਾਣੀ ਦਾ ਕਥਾ ਵਸਤੂ ਹੋਣਾ ਚਾਹੀਦਾ ਹੈ। ਪਾਤਰ ਅਤੇ ਪਾਤਰ ਚਿੱਤਰਨ। ਹੁਣ ਕਹਾਣੀ ਦੇ ਵਿੱਚ ਪਾਤਰ ਅਤੇ ਪਾਤਰ ਚਿੱਤਰਨ ਹੋਣੇ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਨਿੱਕੀ ਕਹਾਣੀ ਹੈ ਸਾਡੇ ਕੋਲ ਸਮਾਂ ਜਿਹੜਾ ਆ ਉਹ ਜ਼ਿਆਦਾ ਨਹੀਂ ਹੈਗਾ, ਆਕਾਰ ਵੀ ਛੋਟਾ ਹੈ, ਇਸ ਕਰਕੇ ਪਾਤਰਾਂ ਦੀ ਗਿਣਤੀ ਜਿਹੜੀ ਉਹ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈਗੀ। ਸਿਰਫ ਉਹੀ ਪਾਤਰ ਹੋਣੇ ਚਾਹੀਦੇ ਨੇ ਕਿ ਜਿਨ੍ਹਾਂ ਦਾ ਜ਼ਿੰਦਗੀ ਦਾ ਉਸ ਪਲ ਦੇ ਨਾਲ ਜਿਹੜਾ ਆ ਉਹ ਸੰਬੰਧ ਹੋਵੇ। ਤੀਸਰਾ ਹੈ ਅੱਗੇ ਸਾਡੇ ਕੋਲ ਵਾਰਤਾਲਾਪ। ਵਾਰਤਾਲਾਪ, ਜੇਕਰ ਕਹਾਣੀ ਦੇ ਵਿੱਚ ਜਿੰਨੇ ਵੀ ਪਾਤਰ ਨੇ ਉਹਨਾਂ ਦੇ ਵਿੱਚ ਵਾਰਤਾਲਾਪ ਦਾ ਜਿਹੜਾ ਵਿਸ਼ੇਸ਼ ਜਿਹੜਾ ਅੰਕ ਦੱਸਿਆ ਗਿਆ ਹੈ, ਅਤੇ ਉਸ ਤੋਂ ਬਾਅਦ ਦੱਸਦੇ ਕਿ ਜਿਹੜੇ ਵਾਰਤਾਲਾਪ ਦੇ ਵਿੱਚ ਜਿਹੜਾ ਆ ਇਹ ਚੁਸਤ ਹੋਣੀ ਚਾਹੀਦੀ ਹੈ, ਸੁਭਾਵਿਕ ਅਤੇ ਪਾਤਰਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ, ਔਰ ਉਸ ਸਮੇਂ ਦਾ ਜੋ ਵਾਤਾਵਰਨ ਹੈਗਾ, ਉਸ ਸਮੇਂ ਦੀ ਜੋ ਸਥਿਤੀ ਹੈ, ਉੱਥੋਂ ਦੀ ਜੋ ਬੋਲਚਾਲ ਹੈਗੀ ਹੈ, ਭਾਸ਼ਾ ਹੈਗੀ, ਉਹਦੇ ਅਨੁਸਾਰ ਹੀ ਵਾਰਤਾਲਾਪ ਜਿਹੜੀ ਉਹ ਹੋਣੀ ਚਾਹੀਦੀ ਹੈ। ਇਹਨਾਂ ਦਾ ਪਾਤਰਾਂ ਦੀ ਮਨੋਦਸ਼ਾ, ਗੁਣ, ਔਗਣਾ, ਸ਼ਖਸੀਅਤ ਅਤੇ ਯੋਗਤਾ ਦੇ ਅਨੁਸਾਰੀ ਵੀ ਹੋਣੀ ਚਾਹੀਦੀ ਹੈ ਵਾਰਤਾਲਾਪ। ਇਸ ਦੇ ਉਲਟ ਲੰਮੇ ਵਾਰਤਾਲਾਪ ਅਤੇ ਸੁਸਤ ਗਤੀ ਦਾ ਵਾਤਾਵਰਨ ਚਿੱਤਰਨ ਕਹਾਣੀ ਦੇ ਪ੍ਰਭਾਵਸ਼ਾਲੀ ਨੂੰ ਠੇਸ ਪਹੁੰਚਾਉਂਦਾ ਹੈ। ਠੀਕ ਹੈ, ਕਿ ਵਾਰਤਾਲਾਪ ਜਿਹੜੀ ਉਹ ਚੁਸਤ ਹੋਣੀ ਚਾਹੀਦੀ ਹੈ, ਸੁਭਾਵਿਕ ਹੋਣੀ ਚਾਹੀਦੀ, ਪਾਤਰਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ, ਜੋ ਉਹਨਾਂ ਦੀ ਸ਼ਖਸੀਅਤ ਨੂੰ, ਜੋ ਉਹਨਾਂ ਦੀਆਂ ਯੋਗਤਾਵਾਂ ਨੂੰ ਉਠਾ ਸਕੇ। ਅੱਗੇ ਹੈ ਵਾਤਾਵਰਨ। ਵਾਤਾਵਰਨ ਜਿਹੜਾ ਦੇਖੋ ਕਹਾਣੀ ਲਿਖਣ ਜਾ ਰਹੇ ਹਾਂ, ਕਹਾਣੀ ਕਿਉਂਕਿ ਜੀਵਨ ਦੀ ਕਿਸੇ ਵਿਸ਼ੇਸ਼ ਘਟਨਾ ਜਾਂ ਪ੍ਰਸਥਿਤੀ ਦਾ ਭਾਵਕ ਪ੍ਰਗਟਾ ਹੁੰਦੀ ਹੈ, ਇਸ ਕਰਕੇ ਉਸ ਵਿਸ਼ੇਸ਼ ਘਟਨਾ ਜਾਂ ਪ੍ਰਸਥਿਤੀ ਦਾ ਭਾਵਕ ਪ੍ਰਗਟਾ ਹੁੰਦੀ ਹੈ, ਭਾਵ ਕਿ ਜਿਸ ਅਸੀਂ ਥਾਂ ਦੇ ਵਿੱਚੋਂ ਜਿਸ ਇਨਸਾਨ ਦੇ ਬਾਰੇ ਅਸੀਂ ਜਿਹੜਾ ਆ ਉਸ ਨਿੱਕੀ ਕਹਾਣੀ ਨੂੰ ਲੈਣ ਜਾ ਰਹੇ ਹਾਂ, ਅਤੇ ਵਾਤਾਵਰਨ ਵੀ ਜਿਹੜਾ ਆ ਉਹਦੇ ਅਨੁਸਾਰ ਹੀ ਹੋਣਾ ਚਾਹੀਦਾ। ਉੱਥੋਂ ਦੀ ਭਾਸ਼ਾ ਜਿਹੜੀ ਹੈ, ਉਹਦੀ ਘਟਨਾ ਜਿਹੜੀ ਕਿੱਥੇ ਵਾਪਰੀ ਹੈ, ਉੱਥੋਂ ਦੇ ਅਨੁਸਾਰ ਹੀ ਜਿਹੜਾ ਸਭ ਅਨੁਕੂਲ ਹੋਣਾ ਚਾਹੀਦਾ, ਅਤੇ ਤਾਂ ਕਿ ਉਹ ਯਥਾਰਥਿਕ ਲੱਗੇ, ਸੁਭਾਵਿਕਤਾ ਲੱਗੇ, ਸਾਨੂੰ ਜਿਹੜਾ ਆ ਉਸ ਪਾਠਕ ਜੋ ਪੜ੍ਹਨ ਬੈਠਣ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਆ ਉਹਦੇ ਵਿੱਚ ਜਿਹੜਾ ਆ ਇੰਟਰਸਟ, ਜਿਹੜਾ ਰੋਚਕਤਾ ਪੈਦਾ ਹੋਵੇ। ਅੱਗੇ ਹੈ ਭਾਸ਼ਾ ਅਤੇ ਸ਼ੈਲੀ। ਕਹਾਣੀ ਵਿੱਚ ਸ਼ਬਦਾਂ ਦਾ ਸੰਜੀਵ, ਰੋਚਕ, ਸੰਕੇਤਿਕ ਅਤੇ ਪ੍ਰਭਾਵਸ਼ਾਲੀ ਜਿਹੜਾ ਹੋਣਾ ਜਿਹੜਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਆ। ਇਸ ਦੇ ਨਾਲ ਹੀ ਬਿਰਤਾਂਤ ਸਿਰਜਣ ਸਮੇਂ ਲੇਖਕ ਨੂੰ
ਲੋਕ ਮੁਹਾਵਰਿਆਂ ਅਤੇ ਅਖੌਤਾਂ ਦੀ ਖੁੱਲ੍ਹ ਕੇ ਵਰਤੋਂ ਕਰਨੀ ਚਾਹੀਦੀ ਹੈ। ਕਹਾਣੀ ਵਿੱਚ ਚਾਲ ਕਦੇ ਵੀ ਸੁਸਤ ਨਹੀਂ ਹੋਣੀ ਚਾਹੀਦੀ, ਸਗੋਂ ਕਿ ਉਸ ਨੂੰ ਤੇਜ਼ ਗਤੀ ਦੇ ਨਾਲ ਹੀ ਚੱਲਣਾ ਚਾਹੀਦਾ ਹੈ। ਅਤੇ ਇਹਦੇ ਨਾਲ ਕੀ ਹੋਵੇਗਾ, ਵੱਖ-ਵੱਖ ਵਾਰਤਾਲਾਪ ਜਿਹੜੇ ਉਹ ਪਾਤਰਾਂ ਦੀ ਮਾਨਸਿਕਤਾ, ਵਿਦਿਅਕ ਪੱਧਰ ਅਤੇ ਸੁਭਾਅ ਦੇ ਅਨੁਸਾਰ ਬੋਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਠੀਕ ਹੈ, ਕਿ ਜਿਹੜੇ ਪਾਤਰਾਂ ਦੇ ਅਨੁਸਾਰ ਉਹਦੀ ਵਾਤਾਵਰਨ ਦੇ ਅਨੁਸਾਰ ਜਿਹੜੀ ਭਾਸ਼ਾ ਅਤੇ ਸ਼ੈਲੀ ਦਾ ਉਪਯੋਗ ਕਰਨਾ ਚਾਹੀਦਾ ਹੈ। ਲਾਸਟ ਹੈ ਉਦੇਸ਼। ਦੇਖੋ, ਕਹਾਣੀ ਦੇ ਵਿੱਚ ਜੇਕਰ ਕੋਈ ਉਦੇਸ਼ ਨਹੀਂ ਹੋਏਗਾ ਤਾਂ ਉਹ ਅਸੀਂ ਨਿੱਕੀ ਕਹਾਣੀ ਜਿਹੜੀ ਅਸੀਂ ਨਹੀਂ ਕਵਾਂਗੇ। ਹਰ ਕਹਾਣੀ ਦਾ ਕੋਈ ਨਾ ਕੋਈ ਉਦੇਸ਼ ਹੁੰਦਾ ਹੈ ਕਿ ਇਹ ਕਹਾਣੀ ਜਿਹੜੀ ਹੈ ਅਸੀਂ ਕਿਸ ਦੇ ਆਧਾਰਿਤ ਜਿਹੜਾ ਹੈ ਲਿਖਣ ਜਾ ਰਹੇ ਹਾਂ, ਕਿਹੜੀ ਸਮੱਸਿਆ ਦੇ ਉੱਪਰ ਲਿਖਣ ਜਾ ਰਹੇ ਹਾਂ, ਅਤੇ ਇਸ ਕਹਾਣੀ ਦਾ ਉਦੇਸ਼ ਜਿਹੜਾ ਉਹ ਕੀ ਹੋਵੇਗਾ। ਠੀਕ ਹੈ, ਅੱਜ ਕੱਲ੍ਹ ਦੀਆਂ ਕਹਾਣੀਆਂ ਵਿੱਚ ਕਹਿੰਦੇ ਕਿ ਆਮ ਕਰ ਕੋਈ ਸੱਚ ਦੀ ਸਥਾਪਨਾ ਹੁੰਦੀ ਹੈ। ਠੀਕ ਹੈ, ਇਸੇ ਤਰ੍ਹਾਂ ਹੀ ਕਿ ਕੋਈ ਵੀ ਜਿਹੜੀ ਕਹਾਣੀ ਅਸੀਂ ਲਿਖਣ ਜਾ ਰਹੇ ਹਾਂ ਉਹ ਸੰਪੂਰਨ ਜ਼ਿੰਦਗੀ ਦੀ ਵਿਆਖਿਆ ਤਾਂ ਨਹੀਂ ਹੋ ਸਕਦੀ, ਪਰ ਜ਼ਿੰਦਗੀ ਦੇ ਕੋਈ ਇੱਕ ਪਲ ਨੂੰ ਅਸੀਂ ਨਿੱਕੀ ਕਹਾਣੀ ਦੇ ਵਿੱਚ ਪੇਸ਼ ਕਰਾਂਗੇ ਜੋ ਕਿ ਇੱਕ ਖਾਸ ਨਜ਼ਰੀਏ ਦੇ ਨਾਲ ਚਾਨਣ ਪਾ ਸਕੇਗੀ। ਠੀਕ ਹੈ, ਕਿ ਨਿੱਕੀ ਕਹਾਣੀ ਦਾ ਹਮੇਸ਼ਾ ਇਹੀ ਉਦੇਸ਼ ਰਿਹਾ ਕਿ ਜੀਵਨ ਦੇ ਕਿਸੇ ਇੱਕ ਪੱਖ ਨੂੰ ਤੁਸੀਂ ਲੈ ਕੇ ਕਹਾਣੀ ਪੇਸ਼ ਕਰਨੀ, ਅਤੇ ਉਹ ਜਿਹੜਾ ਪੱਖ ਜਿਹੜਾ ਹੈਗਾ ਉਹੀ ਜਿਹੜਾ ਆ ਪਾਤਰ ਜਿਹੜੇ ਨੇ ਜਾਂ ਜਿਹੜੇ ਪਾਠਕ ਜਿਹੜੇ ਨੇ ਪੜ੍ਹਨ ਵਾਲੇ ਨੇ ਉਹਨਾਂ ਦੇ ਉੱਤੇ ਆਪਣਾ ਤਿੱਖਾ ਪ੍ਰਭਾਵ ਪਾ ਸਕੇ। ਲਾਸਟ ਅਖੀਰ 'ਤੇ ਹੈ ਪੰਜਾਬੀ ਕਹਾਣੀ ਨੂੰ ਲਿਖਣ ਦੇ ਵਾਲੇ ਬਹੁਤ ਸਾਰੇ ਕਹਾਣੀਕਾਰ ਨੇ। ਪ੍ਰਿੰਸੀਪਲ ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ, ਮੋਹਨ ਭੰਡਾਰੀ ਵਰਗੇ ਕਹਾਣੀਕਾਰ ਨੇ। ਔਰ ਉਸ ਤੋਂ ਬਾਅਦ ਇਸਤਰੀ ਲੇਖਕਾਂ ਦੇ ਵਿੱਚੋਂ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ, ਅਜੀਤ ਕੌਰ ਅਤੇ ਸੁਖਵੰਤ ਕੌਰ ਪੰਜਾਬੀ ਕਹਾਣੀ ਨੂੰ ਉੱਨਤ ਕਰਨ ਵਿੱਚ ਆਪਣਾ ਹਿੱਸਾ ਪਾਇਆ ਹੈ। ਅਤੇ ਤੁਸੀਂ ਇਸ ਵੀਡੀਓ ਰਾਹੀਂ ਨਿੱਕੀ ਕਹਾਣੀ ਦੇ ਬਾਰੇ ਗੁਣ ਤੱਤ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਧੰਨਵਾਦ।